ਆਪਵੈ ਮਨ ਵੇਚਦੇ ਗੁਰਾਂ ਨੂੰ ਵੇ ਆਪਣਾ ਮਨ ਵੇਚਦੇ ਗੁਰਾਂ ਨੂੰ ਆਪਣਾ ਮਨ ਵੇਚਦੇ ਗੁਰਾਂ ਨੂੰ ਵੇ ਆਪਣਾ ਮਨ ਵੇਚਦੇ ਗੁਰਾਂ ਨੂੰ ਵੇ ਆਪਣਾ ਮਨ ਵੇਚਦੇ ਗੁਰਾਂ ਨੂੰ ਆਪਣਾ ਮਨ ਵੇਚਦੇ ਗੁਰਾਂ ਨੂੰ ਆਪਣਾ ਮਨ ਵੇਚਦੇ ਗੁਰਾਂ ਨੂੰ ਵੇ ਆਪਣਾ ਮਨ ਵੇਚਦੇ ਗੁਰਾਂ ਨੂੰ ਆਪਣਾ ਉਹ ਮਨ ਵੇਚਦੇ ਗੁਰਾਂ ਨੂੰ ਆਪਣਾ ਮਨ ਵੇਚਦੇ ਗੁਰਾਂ ਨੂੰ ਆਪਣਾ ਗੁਰਾਂ ਨੂੰ ਆਪਣਾ ਮਨ ਵੇਚਦੇ ਗੁਰਾਂ ਨੂੰ ਆਪਣਾ ਪਿਆਰੇ ਜੀ ਕਾਜ ਤੇਰੇ ਰਾਹ ਸੁਣਗੇ ਮੇਰੇ ਪਿਆਰੇ ਕਾਜ ਤੇਰੇ ਰਾਹ ਸੁਣਗੇ ਹਰਿ ਜੀ ਕਾਰਜ ਤੇਰੇ ਰਾਹ ਸੁਣਗੇ ਪਿਆਰੇ ਜੀ ਕਾਰਜ ਤੇਰੇ ਰਾਹ ਸੁਣਗੇ ਪਿਆਰੇ ਕਾਰਜ ਤੇਰੇ ਰਾਹ ਸੁਣਗੇ ਪਿਆਰੇ ਜੀ ਕਾਰਜ ਤੇਰੇ ਰਾਹ ਸੁਣਗੇ। ਪਰਮ ਸਤਿਕਾਰਯੋਗ ਗੁਰੂ ਕੀ ਸਾਜੀ ਨਵਾਜੀ ਸਾਧ ਸੰਗਤ ਜੀ, ਆਓ ਅੰਮ੍ਰਿਤ ਵੇਲੇ ਦਾ ਸਮਾਂ ਜੁਗੋ ਜੁਗ ਟਲ ਦੁਨੀਆ ਦੇ ਮਾਲਕ ਧੰਨ 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 ਸਾਹਿਬ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੇ ਪਾਵਨ ਤੇ ਪਵਿੱਤਰ ਚਰਨਾਂ ਦੇ ਵਿੱਚ ਹਾਜ਼ਰੀਆਂ ਭਰਨ ਵਾਸਤੇ ਗੁਰੂ ਜੀ ਨੇ ਪਾਰ ਬਖਸ਼ਿਸ਼ ਕਿਰਪਾ ਕੀਤੀ ਹੈ। ਵਡਭਾਗੀ ਜਨ ਵਡਭਾਗੀ ਰੂਹਾਂ ਗੁਰੂ ਜੀ ਦੇ ਹਜ਼ੂਰ ਸੱਚੇ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਨਤਮਸਤਕ ਹੋਣ ਵਾਸਤੇ ਪਹੁੰਚਦੇ ਹਾਂ। ਰੋਜ਼ਾਨਾ ਦੀ ਤਰ੍ਹਾਂ ਆਪਣੇ ਨੇਮ ਮਹਾਰਾਜ ਜੀ ਕਹਿਣ ਲੱਗੇ, ਜਿਸ ਮਨੁੱਖ ਕੋਲੇ ਨੇਮ ਹੈ, ਜਿਹਦੇ ਕੋਲੇ ਧਰਮ ਹੈ, ਜਿਹਦੇ ਕੋਲੇ ਆਪਣੇ ਗੁਰੂ ਇਸ਼ਟ ਦੇ ਪ੍ਰਤੀ ਸ਼ਰਧਾ ਹੈ, ਭਾਵਨਾ ਹੈ, ਉਹ ਮਨੁੱਖ ਜ਼ਿੰਦਗੀ ਵਿੱਚ ਪਾਸ ਹੋ ਜਾਂਦਾ ਹੈ। ਨਹੀਂ ਤਾਂ ਮਹਾਰਾਜ ਜੀ ਕਹਿਣ ਲੱਗੇ, ਅੱਜ ਦਾ ਜਿਹੜਾ ਮਨੁੱਖ ਹੈ, ਜਿਵੇਂ ਰੋਜ਼ ਹੀ ਤਕਰੀਬਨ ਤੁਹਾਡੇ ਚਰਨਾਂ ਵਿੱਚ ਅਰਜ਼ ਬੇਨਤੀਆਂ ਕਰਦੇ ਹਾਂ, ਆਪਣਾ ਧਰਮ ਕਮਾਉਣ ਵਾਸਤੇ ਨਿਯਮ ਪਾਲਣਾ ਅਤੀ ਜ਼ਰੂਰੀ ਹੈ। ਗੁਰੂ ਦੀ ਖੁਸ਼ੀ ਜਿਹੜੀ ਮਿਲਦੀ ਹੈ, ਉਹ ਭਾਗਾਂ ਵਾਲਿਆਂ ਨੂੰ ਮਿਲਦੀ ਹੈ। ਸਭਨਾ ਉੱਪਰ ਨਜ਼ਰ ਪ੍ਰਭ ਤੇਰੀ, ਉਸ ਗੁਰੂ ਦੀ ਨਜ਼ਰ ਦੇ ਪਾਤਰ ਬਣਨ ਵਾਸਤੇ ਸਤਿਗੁਰੂ ਜੀ ਅੰਮ੍ਰਿਤ ਵੇਲੇ ਦਾ ਇਹ ਸਮਾਂ ਜਿਹੜਾ ਬਖਸ਼ਿਸ਼ ਕਰਦੇ ਹਨ, ਕਿਉਂਕਿ ਇਸ ਵੇਲੇ ਜਿਹੜਾ ਮਨ ਹੈ ਉਹ ਬੜਾ ਟਿਕਾਅ ਵਿੱਚ ਹੁੰਦਾ ਹੈ। ਭਾਵ ਤੁਸੀਂ ਦੇਖੋ, ਜਦੋਂ ਬੈਠੇ ਹੋ ਇੱਥੇ, ਜਦੋਂ ਸਮਾਪਤੀ ਹੋ ਗਈ, ਜਲ ਪਾਣੀ ਛਕ ਕੇ ਜਾਣਾ ਆਪਾਂ ਨੇ, ਉਦੋਂ ਮਨ ਵਿੱਚ ਆਊਗਾ ਵੀ ਚਲੋ ਹੁਣ ਘਰੇ ਚੱਲਦੇ ਹਾਂ। ਹੁਣ ਆਪਾਂ ਕੰਮ ਵੀ ਕਰਨਾ, ਜਾ ਕੇ ਬੱਚਿਆਂ ਨੂੰ ਵੀ ਤੋਰਨਾ ਸਕੂਲੇ, ਪਰ ਅਜੇ ਕਿਸੇ ਦੇ ਮਨ ਵਿੱਚ ਇਹ ਨਹੀਂ ਫੁਰਨਾ ਹੋਣਾ
ਮਹਾਰਾਜ ਜੀ ਕਹਿੰਦੇ ਜਿਹੜਾ ਫੁਰਨਿਆਂ ਤੋਂ ਰਹਿਤ ਹੋ ਕੇ ਪ੍ਰਮਾਤਮਾ ਦਾ ਨਾਮ ਜਪਿਆ ਜਾਵੇ ਨਾ, ਉਹ ਲੇਖੇ ਵਿੱਚ ਹੈ। ਸਾਈ ਘੜੀ ਸੁਲੱਖਣੀ 100 ਨਾਲ ਵਿਹਾਵੇ। ਉਹ ਪ੍ਰਮਾਤਮਾ ਦੇ ਨਾਲ ਵਧੀਆ ਘੜੀ ਹੈ ਜਿਹੜੀ ਪ੍ਰਮਾਤਮਾ ਦੇ ਨਾਲ ਬੀਤਦੀ ਹੈ, ਰੱਬ ਦੇ ਨਾਲ ਬੀਤਦੀ ਹੈ। ਜਦੋਂ ਤਾਂ ਉਹ ਪ੍ਰਮਾਤਮਾ ਦੇ ਨਾਲ ਜੁੜਿਆ ਸੀ ਮੂਲਾ ਖੱਤਰੀ, ਉਦੋਂ ਤਾਂ ਅਸੀਂ ਦੇਖੋ ਉਹ ਸੋਹਣਾ ਵੀ ਲੱਗਦਾ ਸੀ, ਵਧੀਆ ਵੀ ਲੱਗਦਾ ਸੀ। ਰੱਬ ਨਾਲ ਟੁੱਟ ਗਿਆ, ਦੂਰ ਹੋ ਗਿਆ, ਤੇ ਫਿਰ ਆਹ ਹਾਲ ਹੋ ਗਿਆ ਉਸ ਦਾ। ਧੰਨ ਬਾਬਾ ਫਰੀਦ ਜੀ ਆਪਣੀ ਬੰਦਗੀ ਕਰਦੇ ਨੇ। ਉਹਨਾਂ ਦੇ ਉੱਤੇ ਇੱਕ ਮੋਢੇ ਉੱਤੇ ਕੰਬਲੀ ਲਈ ਹੋਈ ਸੀ, ਠੰਡ ਵਾਸਤੇ ਵੀ, ਠੰਡ ਨਾ ਲੱਗੇ। ਕੰਬਲੀ ਜਿਹਨੂੰ ਲਿਖਦੇ ਨੇ ਜਿਉਂ ਜਿਉਂ ਭੀਜਿਆ ਕੰਬਲੀ ਤਿਉਂ ਤਿਉਂ ਭਾਰੀ ਹੋਤ। ਤੇ ਫੱਕਰ ਫਕੀਰੇ ਨੂੰ ਗੋਦੜੀ ਵੀ ਕਹਿੰਦੇ ਨੇ, ਗੋਦੜੀ ਉੱਤੇ ਲੈਣ ਵਾਲੀ। ਧੰਨ ਬਾਬਾ ਫਰੀਦ ਜੀ ਜੰਗਲ ਵਿੱਚ ਤਪ ਕਰਦੇ ਨੇ। ਤਪ ਕਰਦਿਆਂ ਕਰਦਿਆਂ ਕੁਝ ਗਰਮੀ ਮਹਿਸੂਸ ਹੋਈ, ਉਹ ਕੰਬਲੀ ਲਾ ਕੇ ਜਿਹੜੀ ਝਾੜ ਦੇ ਉੱਤੇ ਟੰਗ ਦਿੱਤੀ। ਮੁੰਡੇ ਆਏ ਹਾਲੀ ਪਾਲੀ, ਉਹਨਾਂ ਨੇ ਦੇਖਿਆ ਵੀ ਚਲੋ ਮੱਝਾਂ ਚਰਦੀਆਂ ਨੇ ਆਪਣੀਆਂ, ਆਪਾਂ ਇਉਂ ਕਰਦੇ ਆਂ, ਆ ਇੱਕ ਕੱਪੜਾ ਜਿਹਾ ਪਿਆ ਇਹਦੀ ਖੁੱਦੋ ਬਣਾ ਲੈਂਦੇ ਆ। ਉਹਨਾਂ ਨੇ 5-4 ਤਹਿਾਂ ਮਾਰ ਕੇ ਉੱਪਰ ਦੀ ਉਹ ਰੱਸੀਆਂ ਲਪੇਟ ਲੀਆਂ, ਖੁੱਦੋ ਬਣਾ ਲਈ ਉਸ ਦੀ ਗੋਦੜੀ ਦੀ। ਤੇ 5-4 ਮੁੰਡਿਆਂ ਨੇ ਸੋਟੀਆਂ ਕੱਢ ਲੀਆਂ ਇੱਕੋ ਜੀਆਂ, ਵਿਚਾਲੇ ਸਿੱਟ ਲਈ ਗੋਦੜੀ। ਕਿਤੇ ਉਧਰ ਉਧਰ ਨੂੰ ਮਾਰਦੇ ਆ, ਉਧਰ ਉਧਰ ਨੂੰ ਮਾਰਦੇ ਨੇ। ਤੇ ਸ਼ਾਮ ਦਾ ਵਕਤ ਹੋਇਆ, ਜਾਂਦੇ ਹੋਏ ਸੋਟੀਆਂ ਵੀ ਉੱਤੀ ਸੁੱਟ ਕੇ, ਗੋਦੜੀ ਵੀ ਉੱਤੀ ਸੁੱਟ ਕੇ। ਬਾਬੇ ਫਰੀਦ ਦੀ ਠੰਡ ਲੱਗੀ, ਦੇਖਿਆ ਇੱਥੇ ਮੇਰੀ ਗੋਦੜੀ ਪਈ ਸੀ, ਚੁੱਕੀ ਆ ਕੇ, ਕੁਝ ਪਾਟੀ ਪਈ ਹੈ। ਦੇਖ ਕੇ ਧੰਨ ਬਾਬਾ ਫਰੀਦ ਜੀ ਹੈਰਾਨ ਹੋ ਗਏ, ਉਹ ਮੇਰੀ ਗੋਦੜੀ ਤਾਂ ਪਾਟੀ ਪਈ ਹੈ। ਫਿਰ ਗੋਦੜੀ ਨੇ ਕਿਹਾ, ਫਰੀਦਾ ਜਿੰਨਾ ਚਿਰ ਤੱਕ ਮੈਂ ਤੇਰੇ ਉੱਤੇ ਸੀ ਨਾ, ਤੇਰੀ ਠੰਡ ਰੋਕਦੀ ਸੀ, ਤੇਰੇ ਨਾਲ ਲੱਗੀ ਸੀ, ਭਾਗਾਂ ਵਾਲੀ ਸੀ। ਜਿੱਥੇ ਲੋਕ ਫਰੀਦਾ ਤੈਨੂੰ ਆ ਕੇ ਮੱਥਾ ਟੇਕਦੇ ਸੀ, ਉੱਥੇ ਮੈਨੂੰ ਵੀ ਮੱਥਾ ਟੇਕਦੇ ਸੀ। ਪਰ ਤੇਰੇ ਨਾਲ ਵਿਛੜ ਕੇ ਮੇਰਾ ਆਹ ਹਾਲ ਹੋ ਗਿਆ। ਜੇ ਮੈਂ ਤੇਰੇ ਨਾਲੋਂ ਵਿਛੜ ਗਈ ਨਾ, ਫਿਰ ਮੇਰਾ ਬੱਚਿਆਂ ਨੇ, ਉਹਨਾਂ ਨੌਜਵਾਨ ਬੱਚਿਆਂ ਨੇ ਮਾਰ ਮਾਰ ਸੋਟੀਆਂ ਆਹ ਹਾਲ ਕਰ ਦਿੱਤਾ। ਭਾਵ ਗੁਰੂ ਤੋਂ ਵਿਛੜ ਕੇ ਮਨੁੱਖ ਖੁਆਰ ਹੁੰਦਾ ਹੈ, ਗੁਰੂ ਤੋਂ ਦੂਰ ਹੋ ਗਿਆ, ਫਿਰ ਮਨੁੱਖ ਟੇਢੀਆਂ ਜੂਨਾਂ ਦੇ ਵਿੱਚ ਪੈਣ ਵਾਸਤੇ ਜਿਹੜਾ ਉਹ ਤਿਆਰ ਹੋ ਜਾਂਦਾ ਹੈ। ਮੂਲਾ ਰਿਹਾ ਗੁਰੂ ਜੀ ਦੇ ਨਾਲ, ਬਹੁਤ ਸਮਾਂ ਰਿਹਾ, ਸੋਝੀ ਵੀ ਆ ਗਈ। ਪਰ ਫਿਰ ਦੇਖੋ ਅਗਾਹਾਂ ਕੋ ਤਰ੍ਹਾਂ ਪਿੱਛੇ ਫਿਰਨਾ ਮੋਢੜਾ, ਪਿੱਛੇ ਨੂੰ ਫੇਰ ਮੁੜ ਗਿਆ ਭਾਈ ਮੂਲਾ, ਤੇ ਟੇਢੀਆਂ ਜੂਨਾਂ ਦੇ ਵਿੱਚ ਡਿੱਗ ਪਿਆ। ਫਿਰ ਦੇਖੋ ਦਿਆਲੂ ਕਿਰਪਾਲੂ ਨੇ, ਨਹੀਂ ਤਾਂ 7,500 ਸਾਲ ਬਾਅਦ ਕਿਤੇ ਜਾ ਕੇ ਉਹ ਜਿਹੜੀ ਮਨੁੱਖਾ ਦੇਹੀ ਮਿਲਦੀ ਹੈ। ਪਰ ਦਿਆਲੂ ਕਿਰਪਾਲੂ ਕਹਿਣ ਲੱਗੇ, ਇੰਨਾ ਚਿਰ ਨਹੀਂ ਤੂੰ ਘੁੰਮ ਸਕਦਾ। ਦੇਖੋ ਇਹ ਵੀ ਇੱਕ ਦਾਤੇ ਦੀ ਦੇਵ ਨੇਤ, ਨਹੀਂ ਤਾਂ ਸਭ ਵਾਸਤੇ ਵਿਧੀ ਦਾ ਵਿਧਾਨ ਇੱਕੋ ਹੀ ਹੈ। ਪਰ ਧੰਨ ਬਾਬੇ ਨਾਨਕ ਨੇ ਕਿਹਾ, ਤੂੰ ਇੰਨਾ ਚਿਰ ਨਹੀਂ ਘੁੰਮਦਾ, ਕਿਉਂਕਿ ਤੂੰ ਇੱਕ ਵਾਰੀ ਗੁਰੂ ਦੇ ਦਰਸ਼ਨ ਕਰ ਲਏ, ਹੋ ਗਿਆ ਸੀ ਗੁਰੂ ਵਾਲਾ। ਪਰ ਜੇ ਹੋ ਕੇ ਕਿਤੇ ਪਿੱਛੇ ਨੂੰ ਨਾ ਮੁੜਦਾ, ਫਿਰ ਤੈਨੂੰ ਟੇਢੀਆਂ ਜੂਨਾਂ ਨਹੀਂ ਸੀ ਪ੍ਰਾਪਤ ਹੁੰਦੀਆਂ। ਹੁਣ ਫਿਰ ਚਲੋ ਘੁੰਮਣਾ ਤੈਨੂੰ ਪਊਗਾ, ਥੋੜਾ ਸਮਾਂ ਘੁੰਮਣਾ ਪਊਗਾ। ਥੋੜਾ ਸਮਾਂ ਜਦੋਂ ਤੂੰ ਜੂਨੀਆਂ ਵਿੱਚ ਘੁੰਮਿਆ, ਤੇਰੀ ਬਾਂਹ ਛੇਤੀ ਫੜ ਲੂਗਾ ਪ੍ਰਮਾਤਮਾ। 239 ਕੁ ਸਾਲ ਹੀ ਲੱਗਣਗੇ, ਬਾਹਲੇ ਨਹੀਂ ਲੱਗਦੇ। 239 ਸਾਲ। ਮੂਲੇ ਖੱਤਰੀ ਦੀ ਮਾਂ ਨੇ ਆਖਿਆ, ਸੱਚੇ ਪਾਤਸ਼ਾਹ ਫਿਰ ਤੁਹਾਨੂੰ ਕਿੱਥੋਂ ਭਾਲੂਗਾ, ਖਬਰ ਕਿਹੜੀ ਜੂਨ ਵਿੱਚ ਹੋਊਗਾ ਉਸ ਵਕਤ। ਦਿਆਲੂ ਕਿਰਪਾਲੂ ਸਤਿਗੁਰੂ ਜੀ ਕਹਿਣ ਲੱਗੇ, ਇਹਨੂੰ ਨਹੀਂ ਭਾਲਣ ਦੀ ਲੋੜ, ਮੈਂ ਆਪੇ ਭਾਲ ਲੂੰਗਾ। ਜਿਹੜੇ ਮੇਰੇ ਹੋਣਗੇ ਨਾ, ਮੈਂ ਆਪੇ ਭਾਲ ਲੂੰਗਾ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਪ੍ਰਮਾਤਮਾ ਦੀ ਨਜ਼ਰ ਸਾਰਿਆਂ ਦੇ ਉੱਤੇ ਹੈ। ਥੋੜੀ ਕਨੇਰੀ ਦਾ ਕੀ ਭਾਵ ਹੈ? ਉਹ ਕਹਿਣ ਲੱਗੇ, ਕਈ ਤਾਂ ਗੁਰੂ ਦੇ ਬਹੁਤਾ ਨੇੜੇ, ਪਰ ਬਹੁਤਾ ਨੇੜੇ ਰਹਿਣ ਵਾਲੇ ਲਾਹਾ ਕੱਟ ਲੈਂਦੇ ਹੁੰਦੇ ਨੇ।
ਦੂਰ ਵਾਲੇ ਹਜੇ ਵੱਧ ਲਾਹਾ ਲੈ ਜਾਂਦੇ ਨੇ, ਨੇੜੇ ਰਹਿਣ ਵਾਲੇ ਘੱਟ ਲਾਹਾ ਲੈਂਦੇ ਹਨ। ਪਰ ਮਹਾਰਾਜ ਜੀ ਕਹਿਣ ਲੱਗੇ ਉਹ ਉਹਨਾਂ ਉੱਤੇ ਘਨੇਰੀ ਨਜ਼ਰ ਹੈ ਜਿਹੜੇ ਗੁਰੂ ਦੀ ਕਹੀ ਮਰਜ਼ਾਦਾ ਦੇ ਉੱਤੇ ਚੱਲਦੇ ਹਨ, ਜਿਹੜੇ ਆਪਣੇ ਗੁਰੂ ਦੇ ਬਚਨਾਂ ਨੂੰ ਮੰਨਦੇ ਨੇ, ਨੇਮ ਕਰਦੇ ਨੇ, ਨਿਤ ਕਰਦੇ ਨੇ, ਉਹਨਾਂ ਦੇ ਉੱਤੇ ਗੁਰੂ ਦੀ ਪਾਰ ਬਖਸ਼ਿਸ਼ ਹੁੰਦੀ ਹੈ। ਹੁਣ ਮੂਲੇ ਖੱਤਰੀ ਨੂੰ ਤਰੀਕ ਵੀ ਦੇ ਦਿੱਤੀ, ਦੱਸ ਵੀ ਦਿੱਤਾ ਵੀ 239 ਸਾਲਾਂ ਤੋਂ ਵੱਧ ਨਹੀਂ ਤੂੰ ਘੁੰਮ ਸਕਦਾ, ਉਦੋਂ ਨੂੰ ਆ ਕੇ ਤੈਨੂੰ ਅਸੀਂ ਪਾਲ ਲਾਂਗੇ। ਤੇ ਅੱਜ ਧੰਨ ਫਿਰ ਮੂਲਾ ਖੱਤਰੀ ਗੁਰਬਾਣੀ ਵਿੱਚ ਫਿਰ ਸਾਹਿਬ ਨੇ ਫਰਮਾਨ ਕਰੇ, ਮਰਨ ਨ ਜਪੈ ਮੂਲਿਆ ਆਵੇ ਕਿਤੇ ਥਾਏ। ਮੂਲੇ ਦੀ ਮੌਤ ਹੋ ਗਈ ਸੱਪ ਲੜ ਕੇ। ਬਹੁਤੇ ਵਿਦਵਾਨ ਚਲੋ ਅੱਡੋ ਅੱਡੀ ਰਾਏ ਲਿਖਦੇ ਨੇ, ਸੱਪ ਦੇ ਲੜਨ ਦੇ ਨਾਲ, ਸੱਪ ਦੇ ਲੜ ਕੇ ਬੰਦਾ ਮਰ ਜੇ ਉਹਦੀ ਮੁਕਤੀ ਨਹੀਂ ਹੁੰਦੀ, ਪਾਣੀ 'ਚ ਡੁੱਬ ਕੇ ਮਰ ਜੇ ਉਹਦੀ ਮੁਕਤੀ ਨਹੀਂ ਹੁੰਦੀ, ਅੱਗ ਨਾਲ ਸੜ ਕੇ ਬੰਦਾ ਮਰ ਜੇ ਉਹਦੀ ਮੁਕਤੀ ਨਹੀਂ ਹੁੰਦੀ, ਐਕਸੀਡੈਂਟ ਦੇ ਨਾਲ ਬੰਦਾ ਮਰ ਜੇ ਉਹਦੀ ਮੁਕਤੀ ਨਹੀਂ ਹੁੰਦੀ। ਪਰ ਗੁਰੂ ਜੇ ਕਿਰਪਾ ਕਰ ਦੇਵੇ ਫਿਰ ਕਹਿੰਦੇ ਪਿੰਗਲ ਪਰਬਤ ਪਾਰ ਪਰੇ ਖਲ ਚਤਰ ਬਕੀਤਾ, ਅੰਦਲੇ ਤੇਰੇ ਭਵਨ ਸੁਝਿਆ ਗੁਰ ਭੇਟ ਪਨੀਤਾ, ਮਹਿਮਾ ਸਾਧੂ ਸੰਗ ਕੀ ਸੁਣੋ ਮੇਰੇ ਮੀਤਾ। ਫਿਰ ਰੱਬ ਦੇ ਪਿਆਰੇ ਕਹਿਣ ਲੱਗੇ ਜੇ ਗੁਰੂ ਦੇ ਨਾਲ ਜੁੜ ਗਿਆ ਫਿਰ ਗੁਰੂ ਉਹਦੀ ਮੁਕਤੀ ਕਰ ਦਿੰਦਾ ਹੈ। ਅੱਜ ਬਹੁਤੇ ਲੋਕ ਨੇ ਪਹੇਵੇ ਕੋਈ ਜਾ ਕੇ ਮੁਕਤੀ ਕਰਾਉਂਦਾ ਹੈ, ਗਤੀ ਕਹਿੰਦੇ ਨੇ, ਗਤੀ ਕਰਾਉਂਦਾ ਹੈ। ਪਰ ਜਦੋਂ ਇੱਕ ਵਾਰੀ ਜਗ ਸੰਸਾਰ ਤੋਂ ਮਨੁੱਖ ਚਲਿਆ ਗਿਆ ਤਾਂ ਫਿਰ ਦੁਨਿਆਵੀ ਗੱਲਾਂ ਨੇ ਵੀ ਉੱਥੇ ਜਾ ਕੇ ਕਰਾਇਆ, ਉੱਥੇ ਜਾ ਕੇ ਕਰਾਇਆ। ਜਦੋਂ ਮਨੁੱਖ ਦੀ ਆਰਜਾ ਜਿਹੜੀ ਉਹ ਸਮਾਪਤ ਹੋ ਗਈ ਫਿਰ ਮਹਾਰਾਜ ਜੀ ਕਹਿੰਦੇ ਸੂਰਜ ਕਿਰਨ ਮਿਲੀ ਜਲ ਕਾ ਜਲ ਹੁਆ ਰਾਮ, ਜੋਤੀ ਜੋਤ ਰਲੀ ਸੰਪੂਰਨ ਥੀਆ ਰਾਮ। ਚਲੋ ਖੈਰ ਮੂਲੇ ਖੱਤਰੀ ਦੀ ਮਾਂ ਫਿਰ ਮੁਰਗੀ ਘਰ ਨੂੰ ਘਰ ਸੁੰਨਾ ਹੋ ਗਿਆ ਪੁੱਤਰ ਤੋਂ ਬਿਨਾਂ। ਇੱਕੋ ਹੀ ਪੁੱਤਰ ਸੀ, ਨਾ ਸਿਰ ਤੇ ਪਤੀ ਹੈ, ਪੁੱਤਰ ਵੀ ਚਲਿਆ ਗਿਆ, ਹੁਣ ਘਰ ਵਿੱਚ ਇਕੱਲੀ ਰਹਿੰਦੀ ਹੈ ਮਾਂ। ਸਮਾਂ ਪੈ ਕੇ ਮਾਂ ਵੀ ਜਿਹੜੀ ਉਹ ਜਗ ਸੰਸਾਰ ਤੋਂ ਕੂਚ ਕਰ ਗਈ। ਫਿਰ ਪਹਿਲੇ ਜਨਮ ਤੋਂ ਲੈ ਕੇ ਦੇਖੋ, ਪਹਿਲਾ ਜਨਮ ਸੀ ਧੰਨ ਗੁਰੂ ਨਾਨਕ ਦੇਵ ਮਹਾਰਾਜ ਦਾ, ਫਿਰ ਦੂਜਾ, ਤੀਜਾ, ਚੌਥਾ, ਪੰਜਵਾਂ, ਛੇਵਾਂ, ਸੱਤਵਾਂ, ਅੱਠਵਾਂ, ਨੌਵਾਂ, ਦਸਵਾਂ ਆ ਗਿਆ। ਅੱਜ ਜੋਤ ਉਹੀ ਸੀ ਪਰ ਇੱਕ ਕੇਵਲ ਤੇ ਕੇਵਲ ਜਿਹੜਾ ਨਾ ਉਹ ਉੱਪਰਲੀ ਸਰੀਰਕ ਬੋਡੀ ਬਦਲ ਕੇ ਜੋਤ ਇੱਕੋ ਹੀ ਸੀ। ਰੱਬ ਦੇ ਘਰ ਦੀ ਜੋਤ ਗੁਰੂ ਨਾਨਕ ਵਿੱਚ ਵੀ, ਗੁਰੂ ਅੰਗਦ ਸਾਹਿਬ ਮਹਾਰਾਜ, ਗੁਰੂ ਅਮਰਦਾਸ, ਰਾਮਦਾਸ, ਗੁਰੂ ਅਰਜਨ ਦੇਵ, ਗੁਰੂ ਹਰਗੋਬਿੰਦ ਮਹਾਰਾਜ, ਜੋਤ ਉਹੀ ਚੱਲਦੀ ਰਹੀ ਪਰ ਸਰੀਰ ਜ਼ਰੂਰ ਬਦਲਦੇ ਰਹੇ। ਗੁਰੂ ਅੰਗਦ ਸਾਹਿਬ ਮਹਾਰਾਜ ਦਾ ਸਰੀਰ ਜਦੋਂ ਖੰਡੂਰ ਸਾਹਿਬ ਗੁਰਤਾ ਗੱਦੀ ਦਿੱਤੀ ਹੈ ਨਾ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਕਰਤਾਰਪੁਰ ਦੀ ਧਰਤੀ ਵਿੱਚ, ਬਾਬੇ ਨੇ ਇਹੋ ਜਿਹਾ ਰੂਪ ਧਾਰਨ ਕਰ ਲਿਆ, ਧਾਨਕ ਰੂਪ ਰਹਾ ਕਰਤਾਰ। ਕਹਿਣ ਤੋਂ ਭਾਵ ਇੰਨੀ ਕਠਿਨ ਪ੍ਰੀਖਿਆ ਕਰਕੇ ਬਾਬਾ ਲਹਿਣਾ ਜੀ ਇੱਕ ਪਾਸ ਹੋ ਗਏ। ਮਹਾਰਾਜ ਕਹਿਣ ਲੱਗੇ ਚਲੋ ਬੀਜ ਬੀਜਿਆ ਗਿਆ ਹੁਣ ਸਿੱਖੀ ਦਾ। ਬਾਬੇ ਲਹਿਣੇ ਦੇ ਵਕਤ ਇੱਕ ਪਾਸ ਹੋ ਗਿਆ, ਗੁਰੂ ਗੋਬਿੰਦ ਸਿੰਘ ਮਹਾਰਾਜ ਦੇ ਵਕਤ ਫਿਰ 5 ਪਾਸ ਹੋ ਗਏ। 5 ਕਸਵੱਟੀ ਦੇ ਵਿੱਚੋਂ ਧੜ ਵੱਖਰੇ ਕਰ ਦਿੱਤੇ ਤੇ ਧੰਨ ਬਾਬੇ ਲਹਿਣੇ ਦੇ ਚਰਨਾਂ ਵਿੱਚ ਮੱਥਾ ਟੇਕ ਕੇ 5 ਪੈਸੇ ਰੱਖ ਕੇ ਨਾਰੀਅਲ 4 ਪ੍ਰਕਰਮਾ ਕਰਕੇ ਕਹਿ ਦਿੱਤਾ ਅੱਜ ਤੋਂ ਜਿਹੜੀ ਨਿਰੰਕਾਰੀ ਜੋਤ ਹੈ ਨਾ ਉਹ ਬਾਬੇ ਲਹਿਣੇ ਤੇਰੇ ਵਿੱਚ ਹੈ, ਤੂੰ ਗੁਰੂ ਨਾਨਕ ਦੇ ਘਰ ਦਾ ਦੂਜਾ ਗੁਰੂ ਬਣ ਗਿਆ। ਤੇ ਫਿਰ ਮੱਥਾ ਵੀ ਟੇਕ ਦਿੱਤਾ, ਸੇਵਕ ਦੇ ਪੈਰਾਂ ਉੱਤੇ ਮੱਥਾ ਟੇਕ ਦਿੱਤਾ। ਉਲਟਾ ਖੇਲ ਪ੍ਰੇਮ ਕਾ ਪੈਰਾਂ ਉੱਪਰ ਸੀਸ ਨਵਾਇਆ। ਬਾਬੇ ਲਹਿਣੇ ਨੂੰ ਮੱਥਾ ਟੇਕ ਕੇ ਕਹਿਣ ਲੱਗੇ ਲੈ ਅੱਜ ਤੋਂ ਕੀ ਅੰਗ ਪਰਸ ਕੇ ਅੰਗਦ ਬਣਿਆ ਜਿਉਂ ਦੀਵੇ ਤੋਂ ਦੀਵਾ। ਫਿਰ ਸਿੱਧਾ ਨੇ ਸਵਾਲ ਕਰਿਆ, ਮਛੰਦਰਨਾਥ, ਭੰਗਰਨਾਥ ਵਰਗੇ, ਗੋਰਖਨਾਥ ਵਰਗੇ ਵੱਡੇ ਵੱਡੇ ਜਿਹੜੇ ਜਿਵੇਂ ਜਪਜੀ ਸਾਹਿਬ 'ਚ 3 ਪ੍ਰਮੁੱਖ ਦੇਵਤੇ ਮੰਨੇ ਨੇ, ਇਸੇ ਤਰ੍ਹਾਂ ਸਿੱਧਾਂ ਦੇ ਵਿੱਚੋਂ 3 ਵੀ ਇਹ ਵੀ ਪ੍ਰਮੁੱਖ ਮੰਨੇ ਗਏ ਨੇ, ਮਛੰਦਰਨਾਥ, ਭੰਗਰਨਾਥ ਤੇ ਗੋਰਖਨਾਥ। ਇਹ 3 ਜਿਹੜੇ ਦੇਵਤਿਆਂ ਦੇ ਵਿੱਚੋਂ ਜਿਵੇਂ ਰਿਸ਼ੀਆਂ ਦੇ ਵਿੱਚੋਂ ਇਹ ਪ੍ਰਮੁੱਖ ਸਨ। ਇਦੋਂ ਅੱਗੇ ਫਿਰ ਇਹਨਾਂ ਦੇ ਜਿਹੜੇ ਸੇਵਕ ਚੇਲੇ ਹੋਏ ਨੇ ਬਹੁਤੇ ਜ਼ਿਆਦੇ, ਜਿਹੜੇ ਆਕਾਸ਼ ਦੇ ਤਾਰੇ ਵੀ ਤੋੜ ਦਿੰਦੇ ਸੀ। ਉੱਡ ਕੇ ਆਕਾਸ਼ ਵਿੱਚ ਦਿਖਾਇਆ ਮਹਾਰਾਜ ਜੀ ਨੂੰ। ਉਹਨਾਂ ਦੀ 1000 ਸਾਲ ਦੀ ਉਮਰ ਹੈ। ਬਾਬੇ ਨਾਨਕ ਦੀ
35 40 50 ਸਾਲ ਦੀ ਉਮਰ ਹੋਣੀ ਹੈ। ਚਲੋ ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਜੀ ਕਹਿਣ ਲੱਗੇ, ਉਹਨ ਜਦੋਂ ਸਿੱਧ ਉੱਡਣ ਲੱਗੇ ਨਾ, ਕਈ ਦਰਖਤ ਪੱਟ ਕੇ ਵਿਖਾਉਂਦੇ, ਦਰਖਤ ਪੱਟ ਕੇ ਆਕਾਸ਼ ਨੂੰ ਉਡਾ ਦਿੰਦੇ ਨੇ, ਕੋਈ ਆਪਣੀ ਸੋਟੀ ਉੱਤੇ ਬੈਠਾ ਹੈ। ਮਹਾਰਾਜ ਕਹਿਣ ਲੱਗੇ, ਇਹ ਤਾਂ ਨਾਟਕ ਚੇਟਕ ਕਰਤਕ ਕਾਜਾ ਪ੍ਰਭ ਲੋਗਨ ਕੋ ਆਵਤ ਲਾਜਾ। ਕਹਿੰਦੇ ਰੱਬ ਦੇ ਪਿਆਰਿਆਂ ਨੂੰ ਲਾਜ ਹੈ ਇਸ ਗੱਲ ਤੇ ਜਿਹੜਾ ਕੁਛ ਇਹ ਜਿਹਾ ਦਿਖਾਉਂਦਾ ਹੈ। ਉਹ ਨਾ ਮੜੇ ਜਿਹੜਾ ਉਹ ਆਕਾਸ਼ ਵਿੱਚ ਉੱਡਦੇ ਰਹੇ, ਮਛੰਦਰਨਾਥ, ਭੰਗਰਨਾਥ, ਗੋਰਖਨਾਥ ਤਿੰਨੋਂ ਹੀ। ਫਿਰ ਬਾਬੇ ਨਾਨਕ ਦੇ ਚਰਨਾਂ ਵਿੱਚ ਪਾਈ ਹੋਈ ਖੜਾਮ ਸੀ, ਇਸ਼ਾਰਾ ਕਰ ਦਿੱਤਾ, ਚੱਲ ਫਿਰ ਤੂੰ ਵੀ। ਧੰਨ ਗੁਰੂ ਨਾਨਕ ਦੀ ਖੜਾਮ ਵੀ ਫਿਰ ਉੱਡੀ ਜਾਂਦੀ ਹੈ। ਜਿਹੜਾ ਵੀ ਅੱਗੇ ਆਉਂਦਾ ਉਹਦੇ ਸਿਰ ਵਿੱਚ ਥਾੜ ਦੇਣੇ ਪੈਂਦੀ ਹੈ। ਸਭ ਮੋੜਾਏ। ਮਹਾਰਾਜ ਜੀ ਕਹਿਣ ਲੱਗੇ, ਇੱਥੇ ਤਾਂ ਤੁਸੀਂ ਆ ਕੇ ਇਹੋ ਜਿਹੇ ਨਾਟਕ ਚੇਟਕ ਕਰਦੇ ਹੋ, ਪਰ ਜਗ ਸੰਸਾਰ ਦੇ ਵਿੱਚ ਜਾ ਕੇ ਦੇਖੋ ਕਿਵੇਂ ਦੁਨੀਆ ਦੇ ਲੋਕ ਜਿਹੜੇ ਆ ਭੁੱਜ ਰਹੇ ਨੇ। ਸਿੱਧ ਸ਼ੁਭ ਬੈਠੇ ਪ੍ਰਵਤੀ ਕੌਣ ਜਗਤ ਕੋ ਪਾਰ ਉਤਾਰਾ। ਕਹਿੰਦੇ ਜਗ ਸੰਸਾਰ ਨੂੰ ਕੌਣ ਪਾਰ ਉਤਾਰਨ ਵਾਲਾ ਹੈ। ਤੁਸੀਂ ਥੋੜੀਆਂ ਥੋੜੀਆਂ ਸਿੱਧੀਆਂ ਪ੍ਰਾਪਤ ਕਰ ਗਏ, ਆ ਕੇ ਇੱਥੇ ਬੈਠ ਗਏ ਤੇ ਜਗ ਸੰਸਾਰ ਅੱਜ ਦੇਖੋ ਭੱਠੀ ਦੇ ਦਾਣੇ ਵਾਂਗੂ ਪੁੱਜਦਾ ਹੈ। ਚਲੋ ਖੈਰ, ਫਿਰ ਸਿੱਧਾ ਨੇ ਗੁਰੂ ਅੰਗਦ ਸਾਹਿਬ ਮਹਾਰਾਜ ਦੇ ਚਰਨਾਂ ਵਿੱਚ ਪੁੱਛਿਆ, ਮਹਾਰਾਜ ਜਦੋਂ ਤੁਹਾਨੂੰ ਗੁਰਤਾ ਗੱਦੀ ਮਿਲੀ ਹੈ, ਉਸ ਵਕਤ ਗੁਰੂ ਨਾਨਕ ਦਾ ਸੀ ਤੁਹਾਡੇ ਚਰਨਾਂ ਵਿੱਚ ਕਿਉਂ ਝੁਕਿਆ? ਤੁਸੀਂ ਤਾਂ ਉਹਨਾਂ ਦੇ ਸੇਵਕ ਸੀ। ਸੇਵਕ ਦਾ ਸੀਸ ਗੁਰੂ ਦੇ ਚਰਨਾਂ ਉੱਤੇ ਨਹੀਂ ਝੁਕਦਾ। ਸੇਵਕ ਜਿਹੜਾ ਨਾ ਆਪਣੇ ਗੁਰੂ ਦੇ ਚਰਨਾਂ ਉੱਤੇ ਝੁਕਾ ਸਕਦਾ, ਪਰ ਇਹ ਕਿਹੜੀ ਉਲਟਾ ਖੇਲ ਪ੍ਰੇਮ ਕਹਿ ਕਿਵੇਂ ਹੋ ਗਿਆ? ਬਾਬੇ ਨਾਨਕ ਦੇ ਦੂਸਰੀ ਗੁਰਤਾ ਗੱਦੀ ਨੇ ਆਖਿਆ, ਮੈਂ ਵੀ ਰੋਜ਼ ਇਹੀ ਸੋਚਦਾ ਹਾਂ, ਏਡਾ ਪਵਿੱਤਰ ਸੀਸ ਮੇਰੇ ਚਰਨਾਂ ਵਿੱਚ ਕਿਵੇਂ ਝੁਕਿਆ? ਫਿਰ ਪੁੱਛਿਆ ਸਿੱਧਾ ਨੇ, ਕੀ ਸੋਚਿਆ? ਬਾਬੇ ਨਾਨਕ ਦੇ ਦੂਸਰੀ ਗੱਦੀ ਤੇ ਬੈਠਣ ਵਾਲੇ ਬਾਬੇ ਲਹਿਣੇ ਨੇ ਆਖਿਆ, ਉਹ ਮੈਨੂੰ ਨਹੀਂ ਝੁਕਿਆ, ਉਹ ਜਿਹੜੀ ਮੇਰੇ ਅੰਦਰ ਨਾਮ ਦੀ ਜੋਤ ਜਗਾਈ ਹੈ, ਉਹ ਸੀਸ ਉਹਨੂੰ ਝੁਕਿਆ ਹੈ। ਇਸ ਕਰਕੇ ਕਹਿਣ ਤੋਂ ਭਾਵ ਜੋਤ ਇੱਕੋ ਹੀ ਸੀ। ਮਹਿਲ ਬਦਲਦੇ ਗਏ, ਮਹਿਲਾ ਦੂਜਾ, ਮਹਿਲਾ ਤੀਜਾ, ਮਹਿਲਾ ਚੌਥਾ, ਮਹਿਲਾ ਪੰਜਵਾਂ, ਇਸ ਤਰ੍ਹਾਂ ਮਹਿਲਾਂ ਤੇ ਕਰ ਜਿਹੜੀ ਉਹ ਜੋਤ ਅੱਗੇ ਚੱਲਦੀ ਰਹੀ। ਅੱਜ 10ਵੇਂ ਪਾਤਸ਼ਾਹ ਦੇ ਵਿੱਚ ਪ੍ਰਵੇਸ਼ ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ ਜੋਤ ਦੇਖੋ। ਫਿਰ ਜਿਹੜਾ ਭਾਣਾ ਚਮਕੌਰ ਦੀ ਗੜੀ ਵਿੱਚ ਵਰਤਾਉਣਾ ਸੀ, ਚਲੋ ਨੰਦੇੜ ਦੀ ਧਰਤੀ ਤੇ ਉੱਥੇ ਮੇਰੇ ਦੋ ਸਿੱਖ ਡੀਕਦੇ ਨੇ। ਪਹਿਲਾ ਕੌਣ? ਭਾਈ ਮੂਲਾ ਖੱਤਰੀ। ਦੂਜਾ ਕੌਣ? ਮਾਧੋ ਦਾਸ ਬੈਰਾਗੀ। ਉਹ ਤੋਂ ਕੰਮ ਲੈਣਾ ਵਧੀਆ, ਜਿਹੜਾ ਉਹ ਚੰਗਾ ਨਟ ਬੁਲਟ ਹੈ, ਉਹਨੂੰ ਚੰਗੀ ਮਸ਼ੀਨਰੀ ਨਾਲ ਫਿੱਟ ਕਰਕੇ ਉਹ ਤੋਂ ਕੰਮ ਲੈਣਾ ਹੈ। ਫਿਰ ਸੱਚੇ ਪਾਤਸ਼ਾਹ ਮਹਾਰਾਜ ਜੀ ਨੰਦੇੜ ਦੀ ਧਰਤੀ ਉੱਤੇ ਗਏ ਸੀ ਦੋ ਸਿੱਖਾਂ ਦੀ। ਦੇਖ ਲਓ, ਪਹਿਲੇ ਸਰੀਰ ਦੇ ਨਾਲੋਂ ਵਿਛੜਿਆ ਚ 10ਵੇਂ ਨੇ ਜਾ ਕੇ ਫਿਰ ਨੰਦੇੜ ਦੀ ਧਰਤੀ ਉੱਤੇ ਪਾਲ ਲਿਆ। ਤੇ ਧੰਨ ਸ਼੍ਰੀ ਗੁਰੂ ਨਾਨਕ ਦੇਵ ਮਹਾਰਾਜ ਦੀ 10ਵੀਂ ਜੋਤ ਤੀਰ ਕਮਾਨ ਪਾਇਆ ਹੋਇਆ ਹੈ, ਪੱਥਾ ਸਜਦਾ ਹੈ, ਸ਼ਸਤਰ ਵਸਤਰ ਸਜੇ ਹੋਏ ਨੇ। ਛੋਟਾ ਜਿਹਾ ਇੱਕ ਉਹ ਜਿਹੜਾ ਸਾਹਾ ਸੀ ਨਿਕਲ ਕੇ ਮੂਹਰੇ ਭੱਜ ਲਿਆ। ਤੇ ਧੰਨ ਗੁਰੂ ਨਾਨਕ ਦੇਵ ਮਹਾਰਾਜ ਦੀ 10ਵੀਂ ਜੋਤ ਨੇ ਤੀਰ ਚਿੱਲੇ ਉੱਤੇ ਚਾੜ ਲਿਆ, ਮਗਰ ਭੱਜ ਲਏ ਬਹਾਦਰ ਸ਼ਾਹ ਬਾਦਸ਼ਾਹ ਵਰਗੇ। ਹੋਰ ਸਿੱਖ ਦੇਖ ਕੇ ਹੱਸਦੇ ਨੇ, ਉਹ ਸ਼ੇਰਾਂ ਦਾ ਸ਼ਿਕਾਰ ਕਰਨ ਵਾਲੇ ਅੱਜ ਇੱਕ ਛੋਟੇ ਜਿਹੇ ਜਾਨਵਰ ਮਗਰ ਭੱਜੇ ਫਿਰਦੇ ਨੇ, ਤੀਰ ਕਿਉਂ ਨਹੀਂ ਚਲਾਉਂਦੇ? ਸਿੱਖ ਵੀ ਭੱਜੇ ਜਾਂਦੇ ਨੇ ਮਗਰ। ਅੱਗੇ ਜਾ ਕੇ ਕਿਤੇ ਆਹ ਝਾੜ ਉਹਲੇ ਲੁਕ ਜਾਂਦਾ ਹੈ, ਕਿਤੇ ਉਹ ਝਾੜ ਚਿੱਟੇ ਰੰਗ ਦਾ ਹੈ। ਝਾੜਾਂ ਦੇ ਵਿੱਚ ਦੀ ਲੁਕਦਾ ਅੱਗੇ ਭੱਜਿਆ ਜਾਂਦਾ ਹੈ ਤੇ ਗੁਰੂ ਗੋਬਿੰਦ ਸਿੰਘ ਮਹਾਰਾਜ ਪਿੱਛੇ ਹੱਸਦੇ ਜਾਂਦੇ ਨੇ। ਉਹ ਮੂੜਿਆ, ਉਹ ਅਜੇ ਵੀ ਲੁਕਣ ਦੀ ਆਦਤ ਨਹੀਂ ਛੱਡੀ ਤੈਂ, ਅਜੇ ਵੀ ਦੇਖ ਲੈ ਤੈਨੂੰ ਵਿਛੜੇ 239 ਸਾਲ ਹੋ ਗਏ, ਤੂੰ ਅਜੇ ਵੀ ਜਿਹੜਾ ਉਹ ਲੁਕਣ ਦੀ ਆਦਤ ਨਹੀਂ ਛੱਡਦਾ ਹੈ। ਪਹਿਲਾਂ ਘਰ ਵਿੱਚ ਲੁਕਿਆ, ਹੁਣ ਝਾੜਾਂ ਉੱਲੇ ਲੁਕਦਾ ਹੈ। ਉਹ ਮੁਕਤੀ ਕਰਾ ਲਾ, ਜਿਵੇਂ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਆਖਿਆ ਸੀ ਉਸ ਰਿੱਛ ਨੂੰ। ਜਦੋਂ ਰਿੱਛ ਦਰਬਾਰ ਸਾਹਿਬ ਦੇ ਵਿੱਚ ਆ ਗਿਆ, ਅਨੰਦਪੁਰ ਸਾਹਿਬ ਦੀ ਧਰਤੀ ਤੇ ਨਿੱਛ ਜਿਹੜਾ ਨੱਚਦਾ ਫਿਰਦਾ ਹੈ, ਭਾਈ ਕੀਰਤੀਏ ਦਾ ਪੁੱਤਰ ਭਾਈ ਗੁਰਮੁਖ ਨਾਮੇ ਸਿੱਖੋ, ਜਿਹੜਾ ਨਾ ਚੌਰ ਕਰਦਾ ਮਹਾਰਾਜ ਨੂੰ, ਰਿੱਛ ਇੱਧਰ ਡਿੱਗ ਪੈਂਦਾ, ਕਿਤੇ ਇੱਧਰ ਡਿੱਗ ਪੈਂਦਾ। ਮਹਾਰਾਜ ਦੇ ਚਰਨਾਂ ਵਿੱਚ ਸਾਰੇ ਸਿੱਖ ਹੱਸਦੇ ਨੇ ਤੇ ਚੌਰ ਬਰਦਾਰ ਵੀ ਹੱਸਣ ਲੱਗਿਆ। ਮਹਾਰਾਜ ਜੀ ਕਹਿਣ ਲੱਗੇ, ਤੂੰ ਨਾ ਹੱਸ। ਕਿਉਂ? ਜਦੋਂ ਸੰਗਤ ਹੱਸਦੀ ਹੈ ਮੈਂ ਕਿਉਂ ਨਾ ਹੱਸਾਂ? ਕਹਿੰਦੇ ਤੇਰਾ ਪਿਤਾ ਹੈ ਭਾਈ ਸੋਭਾ ਰਾਮ। ਉਸੇ ਵਕਤ ਉਹ ਭਾਈ ਜਿਹੜਾ ਕੀਰਤਾ ਸੀ ਉਹ ਕਹਿਣ ਲੱਗਿਆ, ਅੱਛਾ ਮੇਰਾ ਪਿਤਾ ਸੋਭਾ ਰਾਮ? ਕਹਿੰਦੇ ਹਾਂ।
सच्चे पातशाह तुहाडी सेवा करदियां करदियां आप कुछ कहंदे नहीं, सेवा तो गुरु दी, सतगुर की सेवा सफल है जे को करे चित लाए, मन चिंदिया फल पावना हउमੈ विचों जाए। सतगुर की सेवा दे विच नहीं कोई घाट हुंदी। मनुख करदा करदा सेवा करदा करदा किते उटल जावे, किते गलती कर बैठे, फिर सारी सेवा कीती जिहड़ी ओह निष्फल हो जाती है। सेवा करी तेरे पिता ने जरूर, पर ये ना सेवा करदा करदा किते गलत बोल बैठा। उन्होंने मिलना तो बड़ा कुछ सी, पर वह गलत बोल बैठा। उसकी जबान का बीज बीजा होया, अज गल विच रस्सी पाई है, पहाड़ों के विच लई फिरदा कलंदर। ते फिर जदों ये सुनिया, चौर धर दिता भाई कीरते ने, सच्चे पातशाह फिर किरपा कर दिओ, मेरे पिता की मुक्ति कर दिओ। महाराज कहने लगे लिया फिर कड़ा प्रसादी देग। गुरु के दरबार विच देग लियांदी, कटोरा भर लियांदा देग दा, लिया के महाराज नूं फड़ा दिता। सच्चे पातशाह कहने लगे पा दे, तेरे पिता नूं शक लूगा, मेरे पाउण दे नाल किथे महाराज, तुसीं भी किरपा करो। ते धन श्री गुरु नानक देव महाराज दी 10वीं जोत ने आख्या चंगा तेरे पिता दे कन्न विच कह दे बई हुण तू परमात्मा दा नाम जप। ते नाले महाराज ने अपने हस्त कमलों दे नाल मुख विच देग पा दिती। ते नाले पुत्र कह रहा है पिता जी देखियो किते हुण कलंदर तुहानू खिच के द्वारे ना लै जावे, क्यों नाम जप के करा लै मुक्ति। परमात्मा के नाम दे विच बड़ी वड्डी ताकत है, पर देखो किते जपदे जपदे देखो किते इहो जिहा बीज ना बीजिया जावे जिस करके सानू ओ बीज वड्ढना जिहड़ा औखा हो जावे। ते पिता गुरु दे चरणा विच पुत्र ने हथ बन के आख्या जे तू इत्थों हुण एक बारी चलिया गया ना, पहले टेढ़ियां जुनियां विच देखो गुरु तेग बहादुर नाल विछड़िया, 10वें पातशाह महाराज ने आके साम लिया, थोड़े समय दे विच साम लिया। ते धन श्री गुरु तेग बहादुर महाराज उन्होंने दे चरणा दे विच रह के सेवा करदे करदे बस इको ही शब्द कहता, ओ क्यों रिछ वांगू टपदा फिरदा है। ते अज 10वें पातशाह महाराज ने दूसरे जमे विच ही आके अगले दे विच ही फड़ लिया। जे किते रिछ लै आ जरा कलंदर लै गया, हुण फिर तैनूं जंगलां दे विच खिच्ची फिरूगा, ते देखी हुण तू नाम जप के करा ला मुक्ति। जे तिथों मुक्ति ना हुई, नाम ना जपया गया ना, फिर घर घर दे विच जाके तेनू इसी तरह नचना पऊगा, रस्सी खिंचूगा तेनू नचना पऊगा। पुत्र ने कहा जी नाम जप के करा लै मुक्ति, घर घर पैजू नचना, नाम जप के करा लै घर घर पैजू नचना, नाम जप के करा लै मुक्ति, घर घर पैजू नचना, नाम जप के करा लै मुक्ति, नहीं घर घर पैजू नचना, नाम जप के करा लै मुक्ति, घर घर पैजू नचना, नाम जप के करा लै मुक्ति, नहीं घर घर पैजू नचना। मेरे प्यारे घर घर पैजू नचना, बाबा बाबा घर घर पैजू नचना। प्यारे जी घर घर पैजू नचना, बाबा बाबा घर घर पैजू नचना। प्यारे घर घर पैजू नचना, बाबा बाबा घर घर पैजू नचना। जी नाम जप के करा लै मुक्ति, घर घर पैजू नचना, नाम जप के करा लै
ਕਰ ਕਰ ਪੈਜੂ ਨਚਣਾ। ਨਾਮ ਜਪ ਕੇ ਕਰਾ ਲੈ ਮੁਕਤੀ ਨਹੀਂ ਘਰ ਘਰ ਪੈਜੋ ਨਚਣਾ। ਨਾਮ ਜਪ ਕੇ ਕਰਾ ਲੈ ਮੁਕਤੀ ਨਹੀਂ ਘਰ ਘਰ ਪੈਜੋ ਨਚਣਾ। ਨਾਮ ਜਪ ਕੇ ਕਰਾ ਲੈ ਮੁਕਤੀ ਨਹੀਂ ਘਰ ਘਰ ਪੈਜੋ ਨਚਣਾ। ਨਾਮ ਜਪ ਕੇ ਕਰਾ ਲੈ ਮੁਕਤੀ ਨਹੀਂ ਘਰ ਘਰ ਪੈਜੂ ਨਚਣਾ। ਮਹਾਰਾਜ ਜੀ ਕਹਿਣ ਲੱਗੇ, ਦੇਖੋ ਨੌਵੇਂ ਪਾਤਸ਼ਾਹ ਮਰ ਤੋਂ ਵਿਛੜਿਆ ਮਾੜੇ ਕਰਮਾਂ ਕਰਕੇ, ਮਾੜੀ ਬੋਲੀ ਕਰਕੇ। ਮਾੜੇ ਕਰਮ ਅੱਗੇ ਆ ਜਾਣ ਫਿਰ ਗੁਰੂ ਤੋਂ ਵਿਛੜ ਜਾਂਦਾ। ਮਾੜਾ ਬੋਲ ਬੋਲਿਆ, ਜ਼ੁਬਾਨ ਨਾਲ ਮਾੜਾ ਬੋਲ ਬੋਲਿਆ, ਅੱਖਾਂ ਨਾਲ ਮਾੜਾ ਦੇਖਿਆ, ਕੰਨਾਂ ਨਾਲ ਮਾੜਾ ਸੁਣਿਆ, ਇਹ ਗੁਰੂ ਤੋਂ ਵਿਛੜ ਜਾਂਦਾ ਹੈ ਮਨੁੱਖ ਖੋਟੇ ਕਰਮਾਂ ਕਰਕੇ। ਫਿਰ ਕਿਹਾ ਭਾਈ ਕੀਰਤੀ ਨੂੰ ਪਾ ਦੇ ਆ ਜਿਹੜਾ ਕੜਾ ਪ੍ਰਸ਼ਾਦੀ ਦੇਗ ਹੈ। ਤੇ ਉਹ ਬਾਰ-ਬਾਰ ਨੱਚਦਾ ਰਿਛਾ ਕੇ ਮਰਦ ਚੱਲਣਾ ਵੀ ਤੇ ਡਿੱਗ ਪੈਂਦਾ। ਮਹਾਰਾਜ ਵਿਛੜ ਗਿਆ ਮੈਂ ਤੁਹਾਡੇ ਚਰਨਾਂ ਵਿੱਚੋਂ ਮਾੜੇ ਕਰਮਾਂ ਕਰਕੇ, ਪਰ ਹੁਣ ਮੈਨੂੰ ਨਾਲ ਜੋੜ ਲਓ। ਮਹਾਰਾਜ ਨੇ ਜਿਹੜਾ ਨਾ ਉਹ ਰਿਛ ਦੇ ਅੱਗੇ ਕੜਾ ਪ੍ਰਸ਼ਾਦੀ ਦੇਗ ਰੱਖ ਦਿੱਤੀ। ਰਿਛ ਨੇ ਛਕੀ, ਮਰ ਗਿਆ ਨਾਲ ਦੀ ਨਾਲ, ਮੁਕਤੀ ਹੋ ਗਈ ਉਹਦੀ ਗੁਰੂ ਦੇ ਚਰਨਾਂ ਦੇ ਵਿੱਚ। ਕਲੰਦਰ ਉੱਚੀ ਉੱਚੀ ਰੋਣ ਲੱਗ ਪਿਆ, ਸੱਚੇ ਪਾਤਸ਼ਾਹ ਮੇਰਾ ਰੁਜ਼ਗਾਰ ਚੱਲਦਾ ਸੀ। ਕਹਿੰਦੇ ਇਸ ਤਰ੍ਹਾਂ ਇਹ ਜਿਹੜੇ ਨਾ ਜਾਨਵਰ ਨਚਾ ਕੇ ਆਪਣਾ ਰੁਜ਼ਗਾਰ ਨਹੀਂ ਤੋਰੀਦਾ ਹੁੰਦਾ। ਰੁਜ਼ਗਾਰ ਕਰਨਾ ਦਸੇ ਨੋਹਾਂ ਦੀ ਕਿਰਤ ਕਰ, ਤੂੰ ਆਪ ਹੱਟਾ ਕੱਟਾ ਹੈ, ਤੂੰ ਕਿਰਤ ਕਰ। ਹਾਂ ਦੱਸ ਕਿੰਨੇ ਦਾ ਤੇਰਾ ਰਿਛਾ ਸੀ, ਉਹਨਾਂ ਤੈਨੂੰ ਮੁੱਲ ਦੇ ਦਿੰਨੇ ਆ ਪੂਰਾ। ਪਰ ਇਹਨਾਂ ਜਾਨਵਰਾਂ ਨੂੰ ਨਚਾ ਕੇ ਇਸ ਤਰ੍ਹਾਂ ਘਰ ਘਰ ਦੇ ਵਿੱਚ ਲਿਜਾ ਕੇ ਨਚਾਉਣਾ ਤੇ ਫਿਰ 2 ਪੈਸੇ ਲਿਆ ਕੇ ਬੱਚਿਆਂ ਨੂੰ ਦੇਣੇ, ਇਹ ਮਾੜੀ। ਇਹਨਾਂ ਵਿੱਚ ਵੀ ਜੀਵ ਆਤਮਾ ਹੈ। ਫਿਰ ਉਹਨੂੰ ਪੈਸੇ ਦਿੱਤੇ। ਕਲਗੀਧਰ ਪਾਤਸ਼ਾਹ ਮਹਾਰਾਜ ਜੀ ਨੇ ਫਿਰ ਰਿਛ ਦੀ ਮੁਕਤੀ ਕੀਤੀ। ਅੱਜ ਇੱਧਰ ਤੀਰ ਫੜਿਆ ਹੱਥ ਵਿੱਚ, 10ਵੇਂ ਪਾਤਸ਼ਾਹ ਮਹਾਰਾਜ ਕੋਲੇ ਭੱਜੇ ਫਿਰਦੇ ਨੇ, ਆਵਾਜ਼ ਮਾਰਦੇ ਨੇ, ਆਓ ਮੁੜਿਆ ਤੇਰੀ ਹਜੇ ਆਦਤ ਗਈ ਨਹੀਂ ਲੁਕਣ ਦੀ, ਆਓ ਝਾੜੋ ਲੋ। ਮਹਾਰਾਜ ਕਹਿੰਦੇ ਨਰਾਲਾ ਹੋ ਕੇ ਜਾਣ ਦਿਓ ਫੇਰ ਮਾਰਾਂਗੇ। ਪਿੱਛੇ ਪਿੱਛੇ ਭੱਜੇ ਫਿਰਦੇ ਨੇ। ਪਤਾ ਲੱਗ ਗਿਆ ਸਹੇ ਨੂੰ ਆਤਮਾ ਕਿਹਦੀ ਹੈ, ਭਾਈ ਮੂਲੇ ਖੱਤਰੀ ਦੀ ਹੈ, ਤੇ ਜੂਨੀ ਜਿਹੜੀ ਉਹ ਸਹੇ ਦੀ ਆ ਗਈ ਅੱਗੇ। ਤੇ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਫਿਰ ਅੱਗੇ ਜਾ ਕੇ ਬਹਾਦਰ ਸ਼ਾਹ ਬਾਦਸ਼ਾਹ ਕਹਿੰਦਾ, ਦੇਖੋ ਅੱਜ ਕਿਹੋ ਜਿਹਾ ਪ੍ਰੀਤਮ ਦਾ ਚੋਜੀ, ਪ੍ਰੀਤਮ ਦਾ ਚੋਜ ਹੈ, ਅੱਜ ਕਿਵੇਂ ਕਰਦੇ ਫਿਰਦੇ ਨੇ ਮਹਾਰਾਜ ਜੀ। ਤੇ ਅੱਗੇ ਜਾ ਕੇ ਧੰਨ ਕਲਗੀਧਰ ਪਾਤਸ਼ਾਹ ਮਹਾਰਾਜ ਨੇ ਖਿੱਚ ਕੇ ਮਾਰਿਆ, ਤੀਰ ਉਲਟਾ ਕੇ ਸਿਰ ਦਿੱਤਾ ਸਹੇ ਨੂੰ। ਬਹਾਦਰ ਸ਼ਾਹ ਮਹਾਰਾਜ ਬਹਾਦਰ ਸ਼ਾਹ ਨੇ ਆ ਕੇ ਕਿਹਾ, ਮਹਾਰਾਜ ਇਹ ਜਿਹੜਾ ਸਾਹ ਮਾਰ ਦਿੱਤਾ, ਇਹ ਤਾਂ ਵਿਚਾਰਾ ਗਰੀਬ ਜਿਹਾ ਜਾਨਵਰ ਹੈ, ਸਭ ਤੋਂ ਗਰੀਬ ਜੇ, ਇਹ ਤਾਂ ਆਪਣੀ ਜਾਨ ਲੁਕਾਉਂਦਾ ਫਿਰਦਾ, ਮਾਸ ਲੁਕਾਉਂਦਾ ਫਿਰਦਾ ਸੀ ਆਪਣਾ, ਤੇ ਤੁਸੀਂ ਇਹਦੇ ਜਿਹੜਾ ਉਹ ਤੀਰ ਮਾਰਿਆ, ਮਾਰ ਦਿੱਤਾ। ਮਹਾਰਾਜ ਕਹਿਣ ਲੱਗੇ ਪਾਪ ਹੋ ਗਿਆ। ਕਹਿੰਦੇ ਹੋਰ ਇਦੋਂ ਪਾਪ ਵੱਡਾ ਕੀ ਹੋਊਗਾ। ਮਹਾਰਾਜ ਧੰਨ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਪੁੱਛੋ ਫਿਰ ਉਹਦੇ ਵਿੱਚੋਂ ਆਤਮਾ ਨਿਕਲੀ, ਉਸ ਸਹੇ ਦੇ ਵਿੱਚੋਂ ਆਤਮਾ ਨਿਕਲੀ। ਆਤਮਾ ਨਿਕਲ ਕੇ ਮਹਾਰਾਜ ਦੇ ਅੱਗੇ ਖੜ ਗਈ, ਸੱਚੇ ਪਾਤਸ਼ਾਹ ਤੂੰ ਧੰਨ ਹੈ, ਤਾਂ ਹੀ ਤਾਂ ਤੈਨੂੰ ਕਹਿੰਦੇ ਨੇ ਕੀ, ਤੈਨੂੰ ਬਖਸ਼ਣਹਾਰ ਕਹਿੰਦੇ ਨੇ। ਜੇ ਤੂੰ ਬਖਸ਼ਦਾ ਹੈ ਨਾ, ਜੇ ਮੇਰੇ ਵਿੱਚ ਐਬ ਨਾ ਹੁੰਦੇ ਤੂੰ ਬਖਸ਼ੰਦਾ ਕਿਸ ਨੂੰ। ਸੱਚੇ ਪਾਤਸ਼ਾਹ ਜੇ ਸਾਡੇ ਵਿੱਚ ਐਬ ਹੀ ਨਾ ਸਾਨੂੰ ਬਖਸ਼ਣਹਾਰਾ ਕਿਹਨੇ ਕਹਿਣਾ ਸੀ, ਤੇ ਸਾਨੂੰ ਪਾਪੀ ਕਿਹਨੇ ਕਹਿਣਾ ਸੀ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਸੱਚੇ ਪਾਤਸ਼ਾਹ ਦੇ ਸਾਹਮਣੇ ਫਿਰ ਮੂਲਾ ਖੱਤਰੀ ਬਹਾਦਰ ਸ਼ਾਹ ਨੂੰ ਕਹਿਣ ਲੱਗੇ, ਦੇਖ ਪੁੱਛ ਇਹਨੂੰ ਕੌਣ ਹੈ। ਪੁੱਛਿਆ, ਮੈਂ ਸਿਆਲਕੋਟ ਦਾ ਮੂਲਾ ਖੱਤਰੀਆਂ ਦਾ ਮੁੰਡਾ, ਵਿਛੜ ਗਿਆ ਗੁਰੂ ਨਾਨਕ ਦੇ ਕੋਲੋਂ ਮਾੜੇ ਕਰਮਾਂ ਕਰਕੇ, ਤੇ ਭਾਲ ਲਿਆ ਆਪਣਾ ਬਿਰਧ ਜਾਣ ਕੇ। ਤੇ ਧੰਨ ਸ਼੍ਰੀ ਗੁਰੂ ਗੋਬਿੰਦ ਸਿੰਘ ਮਹਾਰਾਜ ਕਹਿਣ ਲੱਗੇ, ਸਾਡਾ ਸੀ ਤੇ ਤਾਂ ਆ ਕੇ ਜਿਹੜਾ ਉਹ ਪਾਲਕ ਕੀਤੀ ਹੈ, ਇੱਕ ਤੇਰੇ ਕਰਕੇ ਤੇ ਇੱਕ ਬਾਬੇ ਮਾਧੋ ਦਾਸ ਕਰਕੇ ਮੈਨੂੰ ਇਸ ਧਰਤੀ ਉੱਤੇ ਆਉਣਾ ਪਿਆ, ਤੇ ਨਹੀਂ ਤਾਂ ਇਹ ਭਾਣਾ ਪਿੱਛੇ ਵਾਪਰ ਜਾਣਾ ਸੀ। ਤੇ ਧੰਨ ਫਿਰ ਮੂਲੇ ਖੱਤਰੀ ਦੀ ਮੁਕਤੀ ਕਰੀ ਸੱਚੇ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਪਿੱਤਰ ਤੀਰ ਦੇ ਨਾਲ ਮੁਕਤੀ ਹੋਈ ਉਹਦੀ। ਇਹ ਧੰਨ ਗੁਰੂ ਨਾਨਕ ਦੀਆਂ ਜਿਹੜੀਆਂ ਜੋਤਾਂ ਨੇ, ਗੁਰੂ ਨਾਨਕ ਸੱਚੇ ਪਾਤਸ਼ਾਹ ਮਹਾਰਾਜ ਨੇ ਖੰਡਾਂ ਬ੍ਰਹਮੰਡਾਂ ਦੇ ਵਿੱਚ ਜੋਤ ਜਗਾਈ।
ਸਾਡੇ ਭਲੇ ਵਾਸਤੇ ਤੇ ਜਿਹੜਾ ਅਸੀਂ ਅੰਮ੍ਰਿਤ ਵੇਲੇ ਜੁੜ ਕਰਕੇ ਗੁਰੂ ਚਰਨਾਂ ਵਿੱਚ ਹਾਜ਼ਰੀਆਂ ਭਰ ਕੇ ਆਪਣਾ ਜੀਵਨ ਸਫਲ ਬਣਾਉਂਦੇ ਆ। ਵੱਡੇ ਭਾਗ ਹਨ ਭਾਈ ਸਾਡੇ। ਮਹਾਰਾਜ ਕਿਰਪਾ ਕਰੇ ਇਸੇ ਤਰ੍ਹਾਂ ਸਾਡੇ ਸਿਰ ਤੇ ਮਿਹਰ ਭਰਿਆ ਹੱਥ ਰੱਖੇ। ਬਸ ਇੱਕੋ ਹੀ ਅਰਦਾਸ ਵਰ ਦੇ ਚਲਣਾ ਦੇ ਵਿੱਚੋਂ ਸੱਚੇ ਪਾਤਸ਼ਾਹ ਬਿਨ ਤੁਧ ਹੋਰ ਜੇ ਮੰਗਣਾ ਸਿਰ ਦੁੱਖਾਂ ਕੇ ਦੁੱਖ ਦੁੱਖ ਦੇਹ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ। ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਆ ਕੇ ਹੀ ਅਰਦਾਸ ਕਰੀਏ। ਉਤਰੇ ਮਨ ਦੀ ਭੁੱਖ ਦੇ ਨਾਮ ਸੰਤੋਖੀਆ 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 ਦਿਨ ਤੁਧ ਹੋਰ ਜੇ ਮੰਗਣਾ ਫਿਰ ਦੁੱਖਾਂ ਕੈ ਦੁੱਖ ਨਾਮ ਸੰਤੋਖੀਆ ਉਤਰੇ ਮਨ ਕੀ ਭੁੱਖ ਧੰਨ ਗੁਰੂ ਨਾਨਕ ਦੀ ਜੋਤ ਨੇ ਫਿਰ ਭਾਈ ਮੂਲੇ ਖੱਤਰੀ ਦਾ ਭਲਾ ਕੀਤਾ। ਇਸ ਕਰਕੇ ਫਿਰ ਹਮਜਾ ਗੌਂਸ ਪੀਰ ਉਸੇ ਸਿਆਲਕੋਟ ਦੀ ਧਰਤੀ ਦੇ ਰਹਿਣ ਵਾਲਾ ਸੀ। ਹਮਜਾ ਗੌਂਸ ਫਿਰ ਉਹਦੀ ਮੁਕਤੀ ਕਰੀ ਸੀ ਸੱਚੇ ਪਾਤਸ਼ਾਹ ਮਹਾਰਾਜ ਨੇ। ਇਹ ਕੱਲ ਨੂੰ ਇਤਿਹਾਸ ਤੁਹਾਡੇ ਨਾਲ ਸਾਂਝਾ ਕਰਾਂਗੇ। ਆਓ ਸਾਰੇ ਜੁੜੇ ਉਹਨਾਂ ਸਭ ਦੀ ਬਾਣੀ ਚ ਅਰਦਾਸ ਹੁਕਮਨਾਮਾ ਪ੍ਰਸ਼ਾਦ। ਫਿਰ ਚਾਹ ਦਾ ਲੰਗਰ ਤਿਆਰ ਹੈ। ਸਤਿਕਾਰਯੋਗ ਭਾਈ ਇੰਦਰ ਸਿੰਘ ਜੀ ਉਹਨਾਂ ਦੇ ਸਮੁੱਚੇ ਪਰਿਵਾਰ ਵੱਲੋਂ ਪੋਤਰੇ ਦੇ ਜਨਮ ਨੂੰ ਮੁੱਖ ਰੱਖਦੇ ਹਾਂ ਗੁਰੂ ਦੇ ਚਰਨਾਂ ਵਿੱਚ ਅੰਮ੍ਰਿਤ ਵੇਲੇ ਤੋਂ ਲੈ ਕੇ ਸ੍ਰੀ ਸੁਖਮਨੀ ਸਾਹਿਬ ਜੀ ਦੇ ਪਾਠ ਤੇ ਨਾਲ ਕਿਉਂਕਿ ਗੁਰੂ ਘਰ ਦੇ ਵਿੱਚ ਤਕਰੀਬਨ ਹਰ ਇੱਕ ਚੀਜ਼ ਦੀ ਸਾਡੇ ਜਿਵੇਂ ਘਰਾਂ 'ਚ ਦੁਨਿਆਵੀ ਤੌਰ ਤੇ ਲੋੜ ਹੁੰਦੀ ਹੈ, ਉਸੇ ਤਰ੍ਹਾਂ ਹਰ ਇੱਕ ਚੀਜ਼ ਦੀ ਗੁਰੂ ਘਰ ਦੇ ਵਿੱਚ ਵੀ ਲੋੜ ਹੁੰਦੀ ਹੈ। ਜਿਵੇਂ ਕਿਸੇ ਦੇ ਵੀ ਘਰ ਪਾਠ ਹੋਵੇ, ਸੁਖਮਨੀ ਸਾਹਿਬ ਦਾ ਹੋਵੇ, ਸਹਿਜ ਪਾਠ ਹੋਵੇ, ਖੰਡ ਪਾਠ ਹੋਵੇ, ਉੱਥੇ ਫਿਰ ਵੱਧ ਤੋਂ ਵੱਧ ਉਹ ਕੀ ਕਰਦੇ ਨੇ, ਇੱਕ ਰਮਾਲਾ ਲਿਆ ਕੇ ਦਿੰਦੇ ਨੇ। ਵੀ ਅਸੀਂ ਰਮਾਲਾ ਲਿਆ ਜੇ, ਕੋਈ ਵਧੀਆ ਲਿਆ ਦਿੰਦਾ, ਕੋਈ ਚਲੋ ਮੇਰੇ ਵਰਗਾ ਕੋਈ ਸਰਦਾ ਵਰਦਾ ਜਿਹਾ ਲਿਆ ਦਿੰਦਾ। ਪਰ ਹਰ ਇੱਕ ਗੁਰੂ ਘਰ ਵਿੱਚ ਜਾ ਕੇ ਦੇਖੋ ਰਮਾਲਿਆਂ ਦੇ ਢੇਰ ਲੱਗੇ ਪਏ ਨੇ, ਬਾਰੀ ਨਹੀਂ ਆਉਂਦੀ ਕਈ ਵਾਰੀ ਤਾਂ ਲੱਗਣ ਦੀ। ਪਰ ਇਹ ਮੈਂ ਅਰਜ਼ ਕਰਦਾ ਸੰਗਤ ਨੂੰ ਬੇਨਤੀ ਜ਼ਰੂਰੀ ਹੱਥ ਬੰਨ੍ਹ ਕੇ, ਭਾਈ ਜਿਹੜੀ ਚੀਜ਼ ਦੀ ਲੋੜ ਹੈ ਗੁਰੂ ਘਰ ਦੇ ਵਿੱਚ ਉਹ ਲਿਆ ਕੇ ਦਿਆ, ਕਿਉਂਕਿ ਰਮਾਲੇ ਨਾ ਅੱਗੇ ਵੇਚ ਸਕਦੇ ਆ, ਨਾ ਉਹਨਾਂ ਦਾ ਕੋਈ ਕੱਪੜਾ ਬਣਾ ਕੇ ਪਾਇਆ ਜਾ ਸਕਦਾ। ਪਰ ਗੁਰੂ ਘਰ ਵਿੱਚ ਜਿਹੜੀ ਚੀਜ਼ ਦੀ, ਚਲੋ ਕਈ ਚੀਜ਼ਾਂ ਦੀ ਲੋੜ ਸੀ, ਸੰਗਤ ਨੇ ਬਹੁਤ ਹੰਬਲਾ ਮਾਰਿਆ। ਜਦੋਂ ਉਧਰ ਰਮਾਣਿਆਂ ਦੇ ਘਰਾਂ ਦੇ ਵਿੱਚ ਪਾਠ ਹੋਇਆ, ਉਦੋਂ ਫਿਰ ਇੱਕ ਉਹ ਕੜਤਾਲ ਦੀ ਲੋੜ ਸੀ, ਉਹਨਾਂ ਨੂੰ ਕਿਹਾ ਕਿ ਉਹ ਲਿਆ ਦਿਓ, ਉਹਨਾਂ ਨੇ ਲਿਆਤੀ। ਫਿਰ ਮਾਲਿਆਂ ਦੇ ਟੈਚੀ ਦੀ ਲੋੜ ਸੀ ਉਹਦੀ। ਜਦੋਂ ਹੁਣ ਗੁਰੂ ਗ੍ਰੰਥ ਸਾਹਿਬ ਮਹਾਰਾਜ ਦਾ ਸਰੂਪ ਜਾਂਦਾ ਨਾ, ਉਸ ਵਕਤ ਮਹਾਰਾਜ ਦੇ ਉੱਤੇ ਛਤਰ ਹੁੰਦਾ ਹੈ। ਇੱਕ ਜਦੋਂ ਸਰੂਪ ਜਾਂਦਾ, ਇੱਕ ਛਤਰ ਹੈ ਸਾਡੇ ਕੋਲ ਗੁਰੂ ਘਰ ਦੇ ਵਿੱਚ। ਪਰ ਜਦੋਂ ਹੁਣ ਦੋ ਕਈ ਵਾਰੀ ਜਾਣਦੇ ਨੇ, ਇੱਕ ਸਹਿਜ ਪਾਠ ਚੱਲਦਾ ਹੁੰਦਾ, ਇੱਕ ਦੁਆਰੇ ਫੇਰ ਲੈ ਕੇ ਜਾਣਾ ਪੈਂਦਾ, ਉਦੋਂ ਛਤਰ ਨਹੀਂ ਹੁੰਦਾ। ਤੇ ਉਸ ਵਕਤ ਫਿਰ ਉਹਦੀ ਸੇਵਾ ਭਾਈ ਇੰਦਰ ਸਿੰਘ ਜੀ ਦੇ ਸਮੁੱਚੇ ਪਰਿਵਾਰ ਨੇ ਕੀਤੀ ਹੈ। ਹੋਰ ਵੀ ਸੰਗਤ ਜਿਹੜਾ ਗੁਰੂ ਘਰ ਦੇ ਵਿੱਚ ਕੋਈ ਵੀ ਸੇਵਾ ਕਰਨੀ ਚਾਹੁੰਦਾ, ਵੀ ਰਮਾਲੇ ਦੀ ਥਾਂ ਤੇ ਚਲੋ ਕੋਈ ਐਸੀ ਜਿਹੜੀ ਵਸਤੂ ਜਿਹਦੀ ਲੋੜ ਹੋਵੇ ਗੁਰੂ ਘਰ ਦੇ ਵਿੱਚ, ਉਹਦੇ ਵਿੱਚ ਵੱਧ ਚੜ ਕੇ ਯੋਗਦਾਨ। ਜਿਵੇਂ ਭਾਈ ਤਾਰਾ ਸਿੰਘ ਨੇ, ਜਿਹਦੇ ਵਿੱਚ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦਾ ਸੁਖਾਸਨ ਕੀਤਾ ਜਾਂਦਾ ਹੈ, ਸੁਖਾਸਨ ਵਾਲੇ ਕੱਪੜੇ, ਉਹਨਾਂ ਦੀ ਸੇਵਾ ਉਹਨਾਂ ਦੇ ਪਰਿਵਾਰ ਵੱਲੋਂ ਹੈ। ਤੇ ਇਸੇ ਤਰ੍ਹਾਂ ਜਿਵੇਂ ਚਾਦਰਾਂ ਦੀ ਲੋੜ ਹੈ, ਗੁਰੂ ਘਰ ਦੇ ਵਿੱਚ ਤਾਂ ਹਰ ਇੱਕ ਚੀਜ਼ ਦੀ ਲੋੜ ਹੀ ਲੋੜ ਹੁੰਦੀ ਹੈ। ਪੁੱਛ ਕੇ ਵੀ ਹਾਂ ਵੀ ਆਹ ਚੀਜ਼ ਦੀ ਲੋੜ ਅਸੀਂ ਲਿਆ ਦਿੰਦੇ ਹਾਂ, ਚਲੋ ਗੁਰੂ ਘਰ ਦੇ ਵਿੱਚ ਉਹ ਪ੍ਰਵਾਨ ਹੋ ਜਾਂਦੀ ਹੈ। ਪ੍ਰਵਾਨ ਤਾਂ ਹਰ ਇੱਕ ਚੀਜ਼ ਹੀ ਹੁੰਦੀ ਹੈ,
ਪਰ ਜੇ ਲੋੜ ਅਨੁਸਾਰ ਵਾਲੀ ਚੀਜ਼ ਲਿਆਂਦੀ ਜਾਵੇ ਤੇ ਫਿਰ ਬਹੁਤਾ ਆਨੰਦ ਹੈ। ਇਹਨਾਂ ਦਾ ਧੰਨਵਾਦ ਹੈ ਜੋ ਛਤਰ ਦੀ ਸੇਵਾ ਕੀਤੀ ਹੈ ਮਹਾਰਾਜ ਵਾਸਤੇ। ਜਾ ਕੇ ਭਾਈ ਰੂਪੀ ਤੋਂ ਕੱਲ ਆਪ ਲੈ ਕੇ ਆਏ ਤੇ ਸੱਚੇ ਪਾਤਸ਼ਾਹ ਮਹਾਰਾਜ ਮਿਹਰ ਭਰਿਆ ਸਿਰ ਤੇ ਅੱਖਰ ਬੱਚੇ ਨੂੰ ਲੰਬੀ ਆਰਜਾ ਕਰੇ ਮਹਾਰਾਜ। ਆ ਕਲਯੁਗ ਦੀ ਹਵਾ ਤੋਂ ਬਚਾ ਕੇ ਚੱਲਣਾ ਕਵਨਾ ਦੀ ਪ੍ਰੀਤੀ ਬਖਸ਼ਿਸ਼ ਕਰੇ। ਰਾਮ ਕਲੀ ਮਹਲਾ ਤੀਜਾ। ਆਨੰਦ ਓੰਕਾਰ ਸਤਿਗੁਰ ਪ੍ਰਸਾਦ ਜੀ ਅਨੰਦ ਪਿਆ ਮੇਰੀ ਮਾਏ। ਸਤਿਗੁਰੂ ਮੈਂ ਪਾਇਆ ਸਤਿਗੁਰ ਦਾ ਪਾਇਆ ਸਹਿਜ ਸਿੱਧੀ ਮਨ ਵਧੀਆਂ ਵਧਾਈਆਂ। ਰਾਗ ਰਤਨ ਪਰਿਵਾਰ ਭਰੀਆਂ ਅਬਦ ਗਾਵਣੀਆਂ ਆਈਆਂ। ਮੁਤਾ ਗਾਵੋ ਹਰੀ ਕੇਰਾ ਮਨ ਜਨੀ ਵਸਾਇਆ। ਐ ਨਾਨਕ ਆਨੰਦ ਸਤਿਗੁਰੂ ਮੈਂ ਪਾਇਆ। ਏ ਮਨ ਮੇਰਿਆ ਤੂੰ ਸਦਾਰੋ ਹਰ ਨਾਲੇ। ਤੂੰ ਮਨ ਮੇਰੇ ਦੁਖ ਸਭ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰਜ ਸਭ ਸਵਾਰਨਾ। ਅਗਲਾ ਸਮਰੱਥ ਸੁਆਮੀ ਸੋ ਕਵਨ ਵਿਸਾਰੇ। ਕਹੈ ਨਾਨਕ ਮਨ ਮੇਰੇ ਸਦਾਰੋ ਹਰ ਨਾਲੇ। ਸਾਚੇ ਸਾਹਿਬਾ ਕਿਆ ਨਹੀਂ ਕਰਤੇ ਰਹਿ। ਕਰਤਾ ਤੇਰੇ ਸਭ ਕੁਛ ਹੈ ਜਿਸੇ ਸੋ ਪਾਵੇ। ਦਾਸ ਸਲਾ ਤੇਰੀ ਨਾਮ ਮਨ ਵਿਸਾਵੇ। ਨਾਮ ਜਿਨ ਕੈ ਮਨ ਵਸਿਆ ਵਾਜੇ ਸ਼ਬਦ ਕਲੇਰੇ। ਐ ਨਾਨਕ ਸੱਚੇ ਸਾਹਿਬ ਕਿਆ ਨਹੀਂ ਕਰਤੇ ਰਹਿ। ਸਾਚਾ ਨਾਮ ਮੇਰਾ ਆਧਾਰੋ ਸਾਧ ਨਾਮ ਆਧਾਰ ਮੇਰਾ। ਜਿਨ ਭੁੱਖਾਂ ਸਭ ਗਵਾਈਆਂ। ਸ਼ਾਂਤ ਸੁਖ ਮਨ ਆਇ ਵਸਿਆ ਜਿਨੀ ਇੱਛਾ ਅਪ ਜਾਈਆਂ। ਸਦਾ ਗੁਰਬਾਣੀ ਪਿਤਾ ਗੁਰ ਵਿਟਹੁ ਜਿਸ ਦੀਆਂ ਵਡਿਆਈਆਂ। ਐ ਨਾਨਕ ਸੁਣੋ ਸੰਤੋ ਸ਼ਬਦ ਕਰੋ ਪਿਆਰੋ। ਸਾਚਾ ਨਾਮ ਮੇਰਾ ਆਧਾਰੋ ਵਾਜੇ ਪੰਜ ਸ਼ਬਦ ਕਿਤ ਕਰ ਸੁਭਾਗੈ। ਬਾਗੈ ਸ਼ਬਦ ਵਾਜੇ ਕਲਾ ਜਤ ਕਰਤਾਰੀਆ। ਪੰਜ ਦੂਤ ਤੁਧ ਵਸ ਕੀਤੇ ਕਾਲ ਕੰਟਕ ਮਾਰਿਆ। ਕਰਮ ਪਾਇਆ ਤੁਸਿਨ ਕੋ ਸੇ ਨਾਮ ਹਰ ਪੈ ਲਾਗੇ। ਕਹਿ ਨਾਨਕ ਤੈ ਸੁਖ ਹੋਆ ਤਿਸ ਕਰ ਅਨਾਦ ਬਾਜੇ। ਤਨ ਸੁਨੋ ਬੜ ਭਾਗੀਓ ਸਗਲ ਮਨੋਰਥ ਪੂਰੇ। ਪਾਰ ਬ੍ਰਹਮ ਪ੍ਰਭ ਪਾਇਆ ਉਤਰੇ ਸਗਲ ਸੂਰੇ। ਰੋਗ ਸੰਤਾਪ ਉਤਰੇ ਸੁਣੀ ਸੱਚੀ ਬਾਣੀ। ਬੰਦ ਸਾਜਨ ਪੈ ਸਰਸੇ ਪੂਰੇ ਗੁਰ ਤੇ ਜਾਣੀ। ਹੁਣ ਤੇ ਪਨੀਤ ਕਹਤੇ ਪਵਿੱਤ ਸਤਿਗੁਰ ਭਰਪੂਰੇ। ਬੰਦ ਨੰਦ ਗੁਰ ਚਰਨ ਲਾਗੇ ਬਾਜੇ ਅਨਹਦ ਪੂਰੇ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਫਤਿਹ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।